ਬੱਚਿਓ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚਿਆਂ ਨੇ +1 ਵਿੱਚ ਮੈਡੀਕਲ ਜਾਂ ਨੋਨ ਮੈਡੀਕਲ ਦਾ ਜੋ ਸਬਜੈਕਟ ਰੱਖੇ ਆ ਉਹਨਾਂ ਲਈ ਵੈਲਕਮ ਆ। ਤਾਂ ਇਹ ਬੱਚੇ ਜੋ ਟਾਈਮ ਹੁੰਦਾ ਉਹ ਕਾਫੀ ਇੰਪੋਰਟੈਂਟ ਟਾਈਮ ਹੁੰਦਾ। 10th ਤੋਂ ਬਾਅਦ ਵੀ ਆਪਾਂ ਚੂਜ਼ ਕਰਨਾ ਹੁੰਦਾ ਵੀ ਆਪਾਂ ਕੀ ਕਰੀਏ, ਮੈਡੀਕਲ ਕਰੀਏ, ਨੋਨ ਮੈਡੀਕਲ ਕਰੀਏ, ਆਰਟਸ ਕਰੀਏ ਜਾਂ ਕਮਰਸ ਕਰੀਏ। ਤਾਂ ਮੈਂ ਜੋ ਰਾਏ ਦਿੰਦਾ ਉਹਨਾਂ ਬੱਚਿਆਂ ਨੂੰ ਉਹ ਰਾਏ ਦਿੰਦਾ ਹੁੰਦਾ ਵੀ ਤੁਸੀਂ ਮੈਡੀਕਲ ਨੋਨ ਮੈਡੀਕਲ ਕਰੋ, ਕਿਉਂਕਿ ਉਹਦੇ ਵਿੱਚ ਕੀ ਆ, ਅੱਗੇ ਜ਼ਿਆਦਾ ਸਕੋਪ ਆ। ਜ਼ਿਆਦਾ ਸਕੋਪ ਮਤਲਬ ਉਹਦੇ 'ਚ ਅੱਗੇ ਕਾਫੀ ਸਾਰੇ ਰਾਹ ਖੁੱਲ੍ਹ ਜਾਂਦੇ ਤੁਹਾਡੇ ਲਈ, ਤੁਸੀਂ ਚੂਜ਼ ਕਰ ਸਕਦੇ ਆ। ਤਾਂ ਤੁਹਾਡੇ ਲਈ ਬੈਸਟ ਵਿਸ਼ਜ਼ ਆ। ਤਾਂ ਬੱਚੋ ਤੁਸੀਂ ਈਜ਼ੀਲੀ ਮੈਡੀਕਲ ਨੋਨ ਮੈਡੀਕਲ ਦੇ ਵਿੱਚ ਚੰਗੇ ਮਾਰਕਸ ਲੈ ਸਕਦੇ ਆ +1 +2 ਦੇ ਵਿੱਚ। ਬਸ ਲੋੜ ਕੀ ਆ, ਡੇਲੀ ਮਿਹਨਤ ਕਰਨ ਦੀ। ਸਭ ਤੋਂ ਮੇਨ ਚੀਜ਼ ਜੋ ਤੁਸੀਂ ਦਿਮਾਗ 'ਚ ਰੱਖਣੀ ਆ ਵੀ ਡੇਲੀ ਮਿਹਨਤ ਕਰਨੀ ਆ ਅਸੀਂ, ਠੀਕ ਆ। ਹਰ ਰੋਜ਼ ਜੋ ਪੜ੍ਹਾਇਆ ਜਾਊਗਾ ਕਲਾਸ 'ਚ ਜਾਂ ਜਿੰਨਾ ਟਾਈਮ ਆਪਣਾ ਲੋਕਡਾਊਨ ਆਪਾਂ ਮੋਬਾਈਲ 'ਤੇ ਪੜ੍ਹਾਂਗੇ, ਤੁਸੀਂ ਉਹ ਡੇਲੀ ਰਿਵਾਈਜ਼ ਕਰਨਾ। ਜੇ ਤੁਸੀਂ ਡੇਲੀ ਕਰੀ ਜਾਓਗੇ ਹਰੇਕ ਸਬਜੈਕਟ ਨੂੰ ਘੰਟਾ ਜਾਂ ਅੱਧਾ ਘੰਟਾ ਜਿਸ ਹਿਸਾਬ ਨਾਲ ਤੁਹਾਡੀ ਲਰਨਿੰਗ ਸਪੀਡ ਆ ਉਸ ਹਿਸਾਬ ਨਾਲ ਦਿਓਗੇ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਸਭ ਤੋਂ ਈਜ਼ੀ ਟੌਪਿਕ ਬਣ ਜਾਣਗੇ ਤੁਹਾਡੇ ਕੋਲੇ। ਹੁਣ ਸਾਇੰਸ ਦੇ ਵਿੱਚ ਆਪਾਂ 9th 10th ਦੇ ਵਿੱਚ ਕੀਤੀ ਆ, ਜੋ ਸਾਇੰਸ ਕੀਤੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਫਿਜ਼ਿਕਸ, ਕੈਮਿਸਟਰੀ, ਬਾਇਓ ਅਲੱਗ-ਅਲੱਗ ਉਹਦੇ 'ਚ ਹੁੰਦੇ ਆ ਜੋ ਵਿਸ਼ੇ ਹੁੰਦੇ ਆ ਸਾਇੰਸ ਦੇ ਵਿੱਚ। ਤਾਂ ਕੈਮਿਸਟਰੀ ਦੇ ਵਿੱਚ ਆਪਾਂ ਨੂੰ ਪਤਾ ਵੀ ਅਲੱਗ ਆ ਜਾਂਦਾ, ਬਾਇਓ ਦੇ ਵਿੱਚ ਬੋਡੀ ਪਾਰਟਸ ਬਾਰੇ ਜਾਂ ਸੈੱਲਾਂ ਬਾਰੇ ਆ ਜਾਂਦਾ। ਆਪਾਂ ਪੜ੍ਹਾਂਗੇ ਫਿਜ਼ਿਕਸ ਬਾਰੇ, +1 ਦੀ ਉਹ ਫਿਜ਼ਿਕਸ ਹੈ। ਫਿਜ਼ਿਕਸ ਵਿੱਚ ਬੱਚੋ ਆਪਾਂ ਜੋ 9th ਦੇ ਵਿੱਚ ਪੜ੍ਹਿਆ ਸੀਗਾ, ਜੋ ਕਿ ਆਪਾਂ ਪੜ੍ਹਿਆ ਸੀਗਾ ਵੈਲੋਸਿਟੀ, ਐਕਸਲਰੇਸ਼ਨ, ਫੋਰਸ ਬਾਰੇ ਪੜ੍ਹਿਆ ਸੀ, ਨਿਊਟਨ ਦੇ ਫਸਟ ਲਾ, ਸੈਕੰਡ ਲਾ, ਥਰਡ ਲਾ। ਹੋਰ ਆਪਾਂ ਵਰਕ, ਐਨਰਜੀ ਬਾਰੇ ਪੜ੍ਹਿਆ ਸੀ, ਕਾਈਨੈਟਿਕ ਐਨਰਜੀ, ਠੀਕ ਆ, ਸਾਊਂਡ। ਇਹ ਸਾਰੇ ਕੀ ਆ, ਫਿਜ਼ਿਕਸ ਆ। ਇਹ ਫਿਜ਼ਿਕਸ ਦੀ ਬ੍ਰਾਂਚ ਆ ਗਈ ਤਾਂ ਆਪਾਂ ਉਹਦੇ ਬਾਰੇ ਪੜ੍ਹਾਂਗੇ। +1 ਅਤੇ 9th ਦੀ ਜਿਹੜੀ ਫਿਜ਼ਿਕਸ ਆ ਉਹਦੇ ਵਿੱਚ ਕਾਫੀ ਸਿਮਿਲੈਰਿਟੀਜ਼ ਆ ਬੱਚਿਓ। ਉਹੀ ਚੀਜ਼ਾਂ ਆਪਾਂ ਥੋੜ੍ਹਾ ਜਿਹਾ ਗਹਿਰਾਈ ਨਾਲ ਪੜ੍ਹਾਂਗੇ। ਜੇ ਤੁਹਾਨੂੰ, ਮੈਨੂੰ ਪਤਾ ਤੁਹਾਨੂੰ ਆਉਂਦਾ ਹੀ ਉਹ ਜਿਹੜੇ ਬੱਚੇ ਮੇਰੇ ਕੋਲੇ ਪੜ੍ਹੇ ਆ 9th ਦੇ ਵਿੱਚ, 10th ਦੇ ਵਿੱਚ ਵੀ ਉਹ ਪੜ੍ਹੇ ਆ। ਜਿਵੇਂ ਕਿ ਆਪਾਂ 10th ਦੇ ਵਿੱਚ ਕਹਿ ਦਈਏ ਲਾਈਟ ਬਾਰੇ ਪੜ੍ਹੇ ਆ, ਤਾਂ ਉਹ 10th ਦੇ ਨਾਲ +2 ਦੀ ਵਿੱਚ ਰਿਲੇਸ਼ਨ ਹੁੰਦਾ ਫਿਜ਼ਿਕਸ ਦਾ। ਜ਼ਿਆਦਾਤਰ ਥੋੜ੍ਹੀ ਬਹੁਤ ਆਊਗੀ 10th ਵਾਲੀ, ਲੇਕਿਨ ਜ਼ਿਆਦਾਤਰ 9th ਅਤੇ +1 ਸੇਮ ਹੁੰਦੇ ਆ, 10th ਅਤੇ +2 ਸੇਮ ਹੁੰਦੇ ਆ। ਤਾਂ ਸਭ ਤੋਂ ਪਹਿਲਾਂ ਬੱਚਾ ਆਪਾਂ ਇੰਟਰੋਡਕਸ਼ਨ ਕਰਾਂਗੇ ਥੋੜ੍ਹੀ ਬਹੁਤ, ਉਸ ਤੋਂ ਬਾਅਦ ਆਪਾਂ ਇਹਨੂੰ ਰੈਗੂਲਰ ਸਟੱਡੀ ਕਰਾਂਗੇ। ਤਾਂ ਡੇਲੀ ਦੀ ਮੈਂ ਲਗਭਗ ਇੱਕ ਵੀਡੀਓ ਪਾ ਦਿਆ ਕਰੂੰਗਾ, ਤਾਂ ਤੁਸੀਂ ਉਹਨੂੰ ਸਟੱਡੀ ਕਰਨਾ। ਸਭ ਤੋਂ ਬੱਚੋ ਪਹਿਲਾਂ ਇਹ ਪਹਿਲੀ ਯੂਨਿਟ ਆ। ਹਾਂ, ਸਭ ਤੋਂ ਪਹਿਲਾਂ ਬੱਚੋ ਜੋ ਕਿਤਾਬ ਲੈਣੀ ਆ ਉਹ ਮਾਡਰਨ ਦੀ, ਤੁਹਾਨੂੰ ਕਿਤਾਬ ਮਿਲ ਜੇ ਤਾਂ ਬਾਹਲੀ ਵਧੀਆ, ਠੀਕ ਆ। ਸੈਕਿੰਡ ਹੈਂਡ ਲੈ ਲਓ, ਜਾਂ ਨਿਊ ਲੈਣੀ ਆ ਤਾਂ ਨਿਊ ਲੈ ਲਓ, ਤੁਹਾਡੇ 'ਤੇ ਆ। ਮਾਡਰਨ ਫਿਜ਼ਿਕਸ। ਤਾਂ ਸਭ ਤੋਂ ਪਹਿਲੀ ਯੂਨਿਟ ਆ ਬੱਚੋ ਫਿਜ਼ੀਕਲ ਵਰਲਡ ਐਂਡ ਮੈਜ਼ਰਮੈਂਟ। ਇਹਦੇ ਵਿੱਚ ਬੱਚੋ ਇੰਟਰੋ ਤੁਹਾਡੀ ਹੋਊਗੀ ਵੀ ਫਿਜ਼ੀਕਲ ਵਰਲਡ ਮਤਲਬ ਫਿਜ਼ਿਕਸ ਹੈ ਕੀ, ਮੈਜ਼ਰਮੈਂਟ ਆਪਾਂ ਕਿਵੇਂ ਕਰਾਂਗੇ ਚੀਜ਼ਾਂ ਨੂੰ। ਸਭ ਤੋਂ ਪਹਿਲੀ ਜੋ ਚੀਜ਼ ਬਣਦੀ ਹੈ ਫਿਜ਼ਿਕਸ। ਫਿਜ਼ਿਕਸ ਕੀ ਆ? ਫਿਜ਼ਿਕਸ ਦੀ ਉਹ ਬੱਚੋ ਇੱਕ ਸਾਇੰਸ ਹੀ ਆ, ਇੱਕ ਸਾਇੰਸ ਦਾ ਇੱਕ ਪਾਰਟ ਆ ਜੋ ਕਿਹਦੇ ਨਾਲ ਡੀਲ ਕਰਦਾ, ਕਾਹਦੀ ਸਟੱਡੀ ਕਰਦਾ? ਉਹ ਸਟੱਡੀ ਕਰਦਾ ਨੇਚਰ ਦੀ। ਜੋ ਬੱਚੇ ਆਪਣੇ ਆਲੇ ਦੁਆਲੇ ਕੁਦਰਤ ਆ, ਨੇਚਰ ਆ, ਠੀਕ ਆ, ਉਹ ਕੀ ਆ? ਫਿਜ਼ਿਕਸ ਹੀ ਆ। ਨੇਚਰ ਦੇ ਵਿੱਚ ਜੋ ਵੀ ਮੈਟਰ ਪ੍ਰੈਜੈਂਟ ਆ, ਮੈਟਰ ਮਤਲਬ ਜੋ ਵੀ ਆਪਾਂ ਨੂੰ ਆਲੇ ਦੁਆਲੇ ਚੀਜ਼ਾਂ ਦਿਖਦੀਆਂ, ਠੀਕ ਆ, ਟੇਬਲ, ਕੁਰਸੀ, ਬੈੱਡ, ਉਹਦੇ ਬਾਰੇ ਸਟੱਡੀ ਕਰਾਂਗੇ। ਅੱਗੇ ਬੱਚੋ ਉਹ ਇੱਕ ਦੂਜੇ ਨਾਲ ਮੈਟਰ ਆ ਜਿਹੜਾ ਇੰਟਰੈਕਟ ਕਿਵੇਂ ਕਰਦਾ, ਜਿਵੇਂ ਦੋ ਕੁਰਸੀਆਂ ਇੱਕ ਦੂਜੇ ਨਾਲ ਇੰਟਰੈਕਟ ਕਿਵੇਂ ਕਰਨਗੀਆਂ, ਇੱਕ ਦੂਜੇ ਦੇ ਨਾਲ ਗੱਲਬਾਤ ਕਿਵੇਂ ਕਰਨਗੀਆਂ, ਉਹਦੇ ਬਾਰੇ ਪੜ੍ਹਿਆ ਜਾਊਗਾ, ਠੀਕ ਆ। ਹੋਰ ਇਹਦੇ ਬਾਰੇ ਕੀ ਆ, ਉਸ ਮੈਟਰ ਦੇ ਵਿੱਚ ਕੀ ਆ, ਕੀ ਤੋਂ ਮਿਲ ਕੇ ਬਣਿਆ, ਪ੍ਰੋਪਰਟੀਜ਼ ਕੀ ਆ। ਜਿਵੇਂ ਆਪਾਂ ਨੂੰ ਪਤਾ ਹੀ 9th ਦੇ ਵਿੱਚ ਕੀ ਤੋਂ ਮਿਲ ਕੇ ਕੋਈ ਵੀ ਚੀਜ਼ ਬਣੀ ਆ, ਮੈਟਰ, ਐਟਮਸ ਤੋਂ, ਠੀਕ ਆ ਬੱਚੇ। ਤਾਂ ਉਹ ਕੀ ਹੈ, ਤੁਹਾਡਾ ਫਿਜ਼ਿਕਸ ਹੈ। ਕਾਫੀ ਬੱਚੋ ਇੰਟਰਸਟਿੰਗ ਆ। ਜੇ ਤੁਸੀਂ ਇੰਟਰਸਟ ਲਓਗੇ ਇਹਦੇ ਵਿੱਚ ਤਾਂ ਆਪਾਂ ਨੇ ਕੋਲੇ ਫਿਜ਼ਿਕਸ 2 ਤਰ੍ਹਾਂ ਦੀ ਹੁੰਦੀ ਆ। ਆਪਾਂ ਪੜ੍ਹਾਂਗੇ ਤਾਂ ਫਿਜ਼ਿਕਸ ਐਜ਼ ਏ ਹੋਲ, ਲੇਕਿਨ ਫਿਰ ਵੀ ਜੋ ਸਟਾਰਟਿੰਗ ਤੋਂ ਚੱਲੀ ਆ ਰਹੀ ਹੈ ਕਲਾਸੀਕਲ ਫਿਜ਼ਿਕਸ, ਮਾਡਰਨ ਫਿਜ਼ਿਕਸ, ਇਹਦੇ 2 ਪਾਰਟ ਆ। ਕਲਾਸੀਕਲ ਫਿਜ਼ਿਕਸ ਦੇ ਵਿੱਚ ਬੱਚਿਓ ਜੋ ਤੁਹਾਡੇ ਕੋਲੇ ਕਲਾਸੀਕਲ ਫਿਜ਼ਿਕਸ ਆ ਅਤੇ ਦੂਸਰੇ ਨੰਬਰ 'ਤੇ ਮਾਡਰਨ ਫਿਜ਼ਿਕਸ। ਕਲਾਸੀਕਲ ਫਿਜ਼ਿਕਸ ਦੇ ਵਿੱਚ ਬੱਚੋ ਕੁਛ ਕੁ ਬ੍ਰਾਂਚਿਸ ਆਉਂਦੀਆਂ, ਜਿਵੇਂ ਮਕੈਨਿਕ ਬੱਚੋ ਇੱਕ ਸਭ ਤੋਂ ਪੁਰਾਣੀ, ਸਭ ਤੋਂ ਓਲਡੈਸਟ ਬ੍ਰਾਂਚ ਆ ਫਿਜ਼ਿਕਸ ਦੀ। ਕਿਹਦੇ ਨਾਲ ਡੀਲ ਕਰਦੀ ਆ ਇਹ? ਇਟ ਡੀਲਸ ਵਿਦ
it deals with force, motion, inertia, एटसेट्रा। ठीक है बच्चों, जो भी आप फोर्स बारे पढ़ांगे ਜਾਂ ਮੋਸ਼ਨ ਬਾਰੇ ਪੜਾਂਗੇ ਜਾਂ ਇਨਰਸ਼ੀਆ ਬਾਰੇ ਪੜਾਂਗੇ, ਇਨਰਸ਼ੀਆ ਤੁਹਾਨੂੰ ਪਤਾ ਹੀ ਆ, ਉਹਨੂੰ ਆਪਾਂ ਮਕੈਨਿਕਸ ਕਹਿ ਦਿੰਦੇ ਆ। ਠੀਕ ਆ, ਤਾਂ ਮਕੈਨਿਕਸ ਦੀ ਇੱਕ ਬ੍ਰਾਂਚ ਆ ਜਾਂ ਮਕੈਨਿਕਸ ਦਾ ਇੱਕ ਪਾਰਟ ਆ। ਨੰਬਰ 2 ਤੇ ਜੋ ਕਲਾਸੀਕਲ ਫਿਜ਼ਿਕਸ ਦੇ ਵਿੱਚ ਆਉਂਦਾ ਬੱਚੋ, ਹੀਟ ਐਂਡ ਥਰਮੋਡਾਇਨਮਿਕਸ। ਹੀਟ ਐਂਡ ਥਰਮੋਡਾਇਨਾਮਿਕਸ। ਇਹ ਜਿਹੜੀ ਬੱਚੋ ਬ੍ਰਾਂਚ ਆ ਕਿਹਦੇ ਨਾਲ ਡੀਲ ਕਰੂਗੀ? ਇਟ ਡੀਲਸ ਵਿਦ ਟੈਂਪਰੇਚਰ। ਇਹ ਤਾਪਮਾਨ ਨਾਲ, ਟੈਂਪਰੇਚਰ ਨਾਲ ਡੀਲ ਕਰੂਗੀ। ਠੀਕ ਆ, ਇਹ ਬ੍ਰਾਂਚ ਆ ਜਿਹਦੇ ਵਿੱਚ ਆਪਾਂ ਟੈਂਪਰੇਚਰ ਬਾਰੇ ਪੜਾਂਗੇ। ਤਾਂ ਉਹ ਮਤਲਬ ਕੀ ਆ ਤੁਹਾਡੀ ਹੀਟ ਐਂਡ ਥਰਮੋਡਾਇਨਮਿਕਸ। ਟੈਂਪਰੇਚਰ ਐਂਡ ਇਫੈਕਟ ਆਫ ਟੈਂਪਰੇਚਰ, ਟੈਂਪਰੇਚਰ ਦਾ ਇਫੈਕਟ ਕੀ ਪੈਂਦਾ ਮੈਟਰ ਤੇ। ਟੈਂਪਰੇਚਰ, effect of temperature on matter। नंबर 3 आ बच्चों जो थोड़ी वो हैगी आ साउंड। साउंड और अकूस्टिक्स, ਜਾਂ ਸਾਊਂਡ ਬੋਲਿਆ ਜਾਂਦਾ ਜਾਂ ਅਕੂਸਟਿਕ। ਤਾਂ ਇਹ ਕਿਹਦੇ ਨਾਲ ਡੀਲ ਕਰੂਗੀ? it deals with vibration and sound। ਤਾਂ ਸਾਊਂਡ ਤੇ ਵਾਈਬ੍ਰੇਸ਼ਨ ਵਿਚਾਲੇ ਜੋ ਉਹਦੇ ਬਾਰੇ ਸਟੱਡੀ ਹੋਊਗੀ, ਉਹਦੀ ਸਟੱਡੀ ਨੂੰ ਕੀ ਬੋਲਿਆ ਜਾਊਗਾ? ਸਾਊਂਡ ਔਰ ਅਕੂਸਟਿਕ। ਨੰਬਰ 4 ਆ ਬੱਚੋ अपने को लाइट और ऑप्टिक्स। लाइट और ऑप्टिक्स ਜਦੋਂ ਵੀ ਆਪਾਂ ਲਾਈਟ ਬਾਰੇ ਪੜਾਂਗੇ, ਲਾਈਟ ਦੇ ਵਿੱਚ ਕੀ ਹੋ ਜਾਂਦਾ ਆਪਣੇ ਕੋਲੇ, ਤੁਸੀਂ ਪੜ੍ਹਿਆ ਹੋਊਗਾ 10th ਦੇ ਵਿੱਚ, ਰਿਫਲੈਕਸ਼ਨ ਆਫ ਲਾਈਟ, ਰੀਫਰੈਕਸ਼ਨ ਆਫ ਲਾਈਟ, ਇੰਟਰਫੇਰੈਂਸ ਆਫ ਲਾਈਟ। ਉਹ ਪੂਰੀ ਬ੍ਰਾਂਚ ਨੂੰ ਬੱਚੋ ਕੀ ਬੋਲਿਆ ਜਾਂਦਾ? ਆਪਟਿਕਸ। ਆਪਟਿਕਸ ਇਹ ਜ਼ਿਆਦਾਤਰ ਆਪਣੇ ਕੋਲੇ +2 ਦੇ ਵਿੱਚ ਹੁੰਦੀ ਆ। ਆਪਟਿਕਸ ਪੂਰੀ ਯੂਨਿਟ ਦਾ ਨਾਮ ਆ। ਤਾਂ ਉਹਦੇ 'ਚ ਕੀ ਆਪਾਂ ਲਾਈਟ ਬਾਰੇ, ਮਿਰਰਸ ਬਾਰੇ ਪੜਾਂਗੇ। deals with mirrors, ਹੋਰ ਕੀ ਆ ਜਾਂਦੇ ਆ? ਲੈਂਜ। ਤਾਂ ਉਹਨਾਂ ਬਾਰੇ ਡੀਲ ਕਰਾਂਗੇ। ਠੀਕ ਆ, ਐਂਡ ਰਿਫਰੈਕਸ਼ਨ ਆਫ ਲਾਈਟ, ਰਿਫਲੈਕਸ਼ਨ ਆਫ ਲਾਈਟ ਸੋ ਔਨ। ਠੀਕ ਹੈ ਬੱਚੇ, ਜੋ ਨੈਕਸਟ ਹੈ ਉਹ ਹੈਗੀ ਆ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ। ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ। ਇਹ ਬੱਚੋ ਬ੍ਰਾਂਚ ਕਿਹਦੇ ਨਾਲ ਡੀਲ ਕਰੂਗੀ? ਇਟ ਡੀਲਸ ਵਿਦ ਚਾਰਜ। ਇਹ ਚਾਰਜ ਬਾਰੇ ਬੱਚੇ ਤੁਸੀਂ ਕਦੋਂ ਪੜ੍ਹਿਆ ਹੋਊਗਾ? 8th ਕਲਾਸ ਦੇ ਵਿੱਚ, ਜੇ ਤੁਹਾਨੂੰ ਥੋੜ੍ਹਾ ਬਹੁਤ ਯਾਦ ਹੋਵੇ। ਚਾਰਜ ਕੀ ਹੁੰਦਾ? ਜਦੋਂ ਇਲੈਕਟ੍ਰੀਸਿਟੀ ਚਾਰਜ ਮੂਵ ਕਰਦਾ ਤਾਂ ਕਰੰਟ ਪੈਦਾ ਹੁੰਦਾ। ਠੀਕ ਆ, ਚਾਰਜ ਐਂਡ ਮੈਗਨੇਟਸ। ਤਾਂ ਜਦੋਂ ਵੀ ਆਪਾਂ ਮੈਗਨੇਟਸ ਬਾਰੇ ਪੜ੍ਹਾਂਗੇ, ਤੁਸੀਂ 10th ਦੇ ਵਿੱਚ ਮੈਗਨੇਟਸ ਬਾਰੇ ਪੜ੍ਹਿਆ ਹੋਊਗਾ, ਚਾਰਜ ਬਾਰੇ ਪੜ੍ਹਿਆ ਹੋਊਗਾ, ਤਾਂ ਉਹ ਜੋ ਆ ਉਹ ਬ੍ਰਾਂਚ ਨੂੰ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ ਬੋਲਾਂਗੇ। ਜੋ ਬੱਚੇ ਲਾਈਟ, ਆਪਟਿਕਸ ਆ ਅਤੇ ਮੈਗਨੇਟਿਜ਼ਮ ਅਤੇ ਇਲੈਕਟ੍ਰੀਸਿਟੀ ਹੈ, +2 ਦੇ ਵਿੱਚ ਕਾਫੀ ਇੰਪੋਰਟੈਂਟ ਆ, ਯੂਜ਼ ਹੋਵਾਂਗੇ। ਜੋ ਸਾਊਂਡ ਆ ਉਹ +1 ਦੇ ਵਿੱਚ, ਹੀਟ ਐਂਡ ਥਰਮੋਡਾਇਨਿਕਸ ਵੀ +1 ਦੇ ਵਿੱਚ, ਮਕੈਨਿਕਸ ਵੀ +1 ਦੇ ਵਿੱਚ। ਠੀਕ ਆ, ਆਹ +1 ਦੇ ਵਿੱਚ ਆ ਜੋ ਪਹਿਲੇ 3 ਆ। ਇਹ ਆਪਾਂ ਅੱਗੇ ਇਹਨਾਂ ਨੂੰ ਐਕਸਟੈਂਡ ਕਰ ਲਾਂਗੇ ਥੋੜ੍ਹਾ ਜਿਹਾ +2 ਦੇ ਵਿੱਚ। ਅੱਗੇ ਬੱਚੋ ਤੁਹਾਡਾ ਆ ਗਿਆ ਮੋਡਰਨ ਫਿਜ਼ਿਕਸ। ਮੋਡਰਨ ਫਿਜ਼ਿਕਸ ਬੱਚੋ ਕੀ ਹੁੰਦੀ ਆ? ਆਫਟਰ 1900
1900 ਦੇ ਵਿੱਚ ਕੀ ਹੋਇਆ ਬੱਚਿਓ, ਕਾਫੀ ਸਾਰੀਆਂ ਸਟੱਡੀਜ਼ ਹੋਈਆਂ। ਕਾਹਦੇ ਬਾਰੇ ਸਟੱਡੀਜ਼ ਹੋਈਆਂ? ਆਪਾਂ ਨੂੰ ਇਲੈਕਟ੍ਰੋਨਸ ਬਾਰੇ ਪਤਾ ਚੱਲਿਆ, ਡਿਸਕਵਰੀ ਹੋਈ ਐਕਸਰੇਜ਼ ਦੀ। ਐਕਸਰੇ ਮਤਲਬ ਜਿਹੜੇ ਆਪਣੇ ਹਸਪਤਾਲਾਂ 'ਚ ਹੁੰਦੇ ਆ, ਠੀਕ ਆ। ਵੇਵ ਥਿਊਰੀ ਬਾਰੇ ਪਤਾ ਲੱਗਿਆ, ਵੇਵ ਥਿਊਰੀ, ਲਾਈਟ ਬਾਰੇ ਪਤਾ ਚੱਲਿਆ। ਇਸੇ ਤਰ੍ਹਾਂ ਕਾਫੀ ਸਾਰੀਆਂ ਥਿਊਰੀਜ਼ ਜੋ ਕਿ 1900 ਈਸਵੀ ਤੋਂ ਬਾਅਦ ਦੇ ਵਿੱਚ ਆਈਆਂ, ਉਹ ਸਾਰੇ ਫਿਜ਼ਿਕਸ ਨੂੰ ਕੀ ਬੋਲਾਂਗੇ ਆਪਾਂ? ਮਾਡਰਨ ਫਿਜ਼ਿਕਸ। all the theories which came or comes under modern physics। ठीक है बच्चों, लाइक इलेक्ट्रॉन, एक्सरे। ये बच्चों 1900 ਪਹਿਲਾਂ ਉਹ ਜਿਹੜਾ ਕਲਾਸੀਕਲ ਫਿਜ਼ਿਕਸ ਸੀ 1900 ਪਹਿਲਾਂ ਵਾਲੀ ਫਿਜ਼ਿਕਸ ਸੀ, ਉਹ ਅੱਜ ਤੱਕ ਆਪਾਂ ਪੜ੍ਹਦੇ ਆ ਰਹੇ ਹਾਂ ਤੇ ਪੜ੍ਹਾਂਗੇ ਵੀ। ਮਾਡਰਨ ਫਿਜ਼ਿਕਸ ਕੀ ਆ? ਉਹ ਹਾਇਰ, ਜਿਵੇਂ ਆਪਾਂ ਜੇ ਕਾਲਜਸ ਦੇ ਵਿੱਚ ਜਾਵਾਂਗੇ ਤਾਂ ਉਦੋਂ ਜ਼ਿਆਦਾਤਰ ਯੂਜ਼ ਹੁੰਦੀ ਹੈ ਮਾਡਰਨ ਫਿਜ਼ਿਕਸ। ਹੁਣ ਥੋੜ੍ਹੀ ਬਹੁਤ ਯੂਜ਼ ਕਰਾਂਗੇ ਮਾਡਰਨ ਫਿਜ਼ਿਕਸ, +2 ਦੇ ਵਿੱਚ ਕਾਫੀ ਯੂਜ਼ ਹੁੰਦੀ ਆ ਇਹ। ਤਾਂ ਉਦੋਂ ਤੁਹਾਨੂੰ ਦੱਸੂਗਾ ਵੀ ਮੈਂ ਕਲਾਸੀਕਲ ਫਿਜ਼ਿਕਸ ਕਿਹੜੀ ਆ ਅਤੇ ਮਾਡਰਨ ਫਿਜ਼ਿਕਸ ਕਿਹੜੀ ਆ। ਮਾਡਰਨ ਫਿਜ਼ਿਕਸ ਦਾ ਫਾਇਦਾ ਕੀ ਸੀ? ਮਾਡਰਨ ਫਿਜ਼ਿਕਸ ਦੇ ਨਾਲ ਆਪਾਂ ਨੂੰ ਕਾਫੀ ਚੀਜ਼ਾਂ ਨਵੀਆਂ ਦੇਖਣ ਨੂੰ ਮਿਲੀਆਂ, ਠੀਕ ਆ। ਐਰੋਪਲੇਨ, ਰੋਕੇਟ, ਇਹ ਸਾਰੀਆਂ ਚੀਜ਼ਾਂ ਮਾਡਰਨ ਫਿਜ਼ਿਕਸ ਦੇ ਕਾਰਨ ਹੀ ਆਪਣੇ ਕੋਲ ਆਈਆਂ। ਤਾਂ ਇਹ ਫਿਜ਼ਿਕਸ, ਮਾਡਰਨ ਫਿਜ਼ਿਕਸ ਕਾਫੀ ਇੰਪੋਰਟੈਂਟ ਅੱਜ ਦੇ ਜ਼ਮਾਨੇ ਲਈ, ਠੀਕ ਆ ਬੱਚਿਓ। ਤਾਂ ਤੁਹਾਡੇ ਕੋਲ ਜਿਹੜੀ ਕਿਤਾਬ ਹੋਈ ਤਾਂ ਕਿਤਾਬ 'ਤੇ ਆਪਣਾ ਦੇਖਿਓ ਇਹ ਹੋਊਗਾ, ਠੀਕ ਆ। ਜੋ ਮੇਰੇ ਕੋਲ ਕਿਤਾਬ ਆ ਮੈਂ ਜਿੱਤੋਂ ਕਰਾ ਰਿਹਾ ਇਸ ਟਾਈਮ, ਉਹ ਹੈਗੀ ਆ ਨਿਊ ਐਰਾ ਫਿਜ਼ਿਕਸ, ਠੀਕ ਆ ਬੱਚੋ। ਲੇਕਿਨ ਤੁਸੀਂ ਮਾਡਰਨ ਤੋਂ ਕੋਸ਼ਿਸ਼ ਕਰਿਓ। ਇਹ ਤਾਂ ਮੇਰੇ ਕੋਲ ਚਲੋ ਮੈਨੂੰ ਮਾਡਰਨ ਦੀ ਕਿਤਾਬ ਕਿਤੋਂ ਨਹੀਂ ਮਿਲੀ ਅਤੇ ਇਸ ਲਈ ਮੈਂ ਨਿਊ ਐਰਾ ਦੀ ਕਿਤਾਬ ਤੋਂ ਪੜ੍ਹਾਇਆ। ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਮਾਡਰਨ ਦੀ ਕਿਤਾਬ ਲੈਣ ਦੀ, ਠੀਕ ਆ ਬੱਚੇ। ਓਕੇ, ਥੈਂਕ ਯੂ। ਇਹ ਪੜ੍ਹਿਓ।